वाहिगुरु जी का खालसा वाहिगुरु जी की फतेह। गुरमुख चूकै आमन जान, गुरमुख दरगाह पावै मान। गुरमुख खोटे खरे पछान, गुरमुख लागै सहज ध्यान। गुरमुख दरगाह सिफत समाए, नानक गुरमुख बंध न पाए। गुरमुख नाम निरंजन पाए, गुरमुख घूमे शब्द जलाए। गुरमुख साचे के गुण गाए, गुरमुख साचै रहै समाए। गुरमुख साच नाम पति उत्तम होए, नानक गुरमुख सगल पवन की सोझी होए। कवन मूल कवन मत वेला, तेरा कवन गुरु जिसका तू चेला। कवन कथा ले रहो निराले, बोलै नानक सुनो तुम बाले। इस कथा का दे विचार, पवजल शब्द लंगावन हार। पवन आरंभ सतगुरु मत वेला, शब्द गुरु सुरत धुन चेला। अकथ कथा ले रहूं निराला, नानक जुग जुग गुर गोपाला। एक शब्द जित कथा विचारी, गुरमुख घूमे अगन निवारी। 41ਵੀਂ ਪੌੜੀ ਵਿੱਚ ਵੀ ਗੁਰੂ ਸਾਹਿਬ ਆਪਣੇ ਮਤ ਦਾ ਜੋ ਸਿਧਾਂਤ ਹੈ ਉਹ ਯੋਗੀ ਦੇ ਸਾਹਮਣੇ ਜਾਰੀ ਰੱਖੇ ਹੋਏ ਨੇ। ਤੋ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰਮੁਖ ਬਣਨਾ, ਗੁਰੂ ਵਾਲੇ ਪਾਸੇ ਮੁੱਖ ਕਰਕੇ ਮਨ ਦੀ ਮਤ ਤਿਆਗ ਕੇ ਗੁਰੂ ਦੀ ਮਤ ਲੈਣੀ ਹੀ ਸਭ ਤੋਂ ਵੱਡਾ ਗੁਣ ਹੈ, ਸਭ ਤੋਂ ਵੱਡੀ ਦਾਤ ਹੈ, ਸਭ ਤੋਂ ਵੱਡੀ ਭਗਤੀ ਹੈ। ਕਿਉਂਕਿ ਗੁਰਮੁਖ ਬੰਦਾ ਸਭ ਕੁਝ ਪ੍ਰਾਪਤ ਕਰ ਲੈਂਦਾ। ਗੁਰਮੁਖ ਚੂਕੈ ਆਵਣ ਜਾਣ, ਗੁਰਮੁਖ ਤਾਂ ਆਉਣ ਜਾਣ ਮੁੱਕ ਜਾਂਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ। ਕਦੇ ਜਨਮਣਾ, ਸੰਸਾਰ 'ਤੇ ਆਉਣਾ, ਕਦੇ ਫਿਰ ਵਿਥੂ ਵਿਛੜ ਜਾਣਾ, ਇਹ ਇਸ ਖੇਡ ਤੋਂ ਗੁਰਮੁਖ ਮੁਕਤ ਹੋ ਜਾਂਦਾ ਹੈ। ਇਹ ਇਤਨੀ ਵੱਡੀ ਉਪਾਧੀ ਹੈ ਗੁਰਮੁਖ ਦੀ। ਗੁਰਮੁਖ ਚੂਕੈ ਆਵਣ ਜਾਣ, ਗੁਰਮੁਖ ਦਰਗਾਹ ਪਾਵੈ ਮਾਨ। ਗੁਰਮੁਖ ਪ੍ਰਭੂ ਦੀ ਦਰਗਾਹ ਵਿੱਚ ਮਾਨ ਸਤਿਕਾਰ ਪ੍ਰਾਪਤ ਕਰਦਾ ਹੈ। ਲਫ਼ਜ਼ ਹੀ ਦਰਗਾਹ ਹੈ, ਲਿਹਾਜ਼ਾ ਇਸ ਨੂੰ ਦਰਗਾਹ ਪੜ੍ਹਨਾ, ਹਾਹੇ ਨੂੰ ਸਿਆਰੀ ਵਾਲੇ ਨੂੰ। ਇੱਥੇ ਹਾਹਾ ਸਿਆਰੀ ਵਗੈਰਾ ਤੋਂ ਮੁਕਤ ਹੈ, ਦੱਦਾ ਰਾਰਾ ਗੱਗਾ ਹਾ ਹੈ। ਇੱਥੇ ਵੀ ਦਰਗਾਹ ਹੀ ਪੜ੍ਹਨਾ ਹੈ, ਸਿਆਰੀ ਵਾਲਾ ਵੀ ਦਰਗਾਹ ਹੀ ਪੜ੍ਹਨਾ ਹੈ। ਤੋ ਜਾਂ ਹਾਏ ਨੂੰ ਔਂਕੜ ਲੱਗੀ ਤਾਂ ਵੀ ਉਸਨੂੰ ਦਰਗਾਹ ਹੋ ਨਹੀਂ, ਦਰਗਾਹ ਹੀ ਹੈ, ਲਫ਼ਜ਼ ਹੀ ਦਰਗਾਹ ਹੈ। ਇਹ ਔਂਕੜ ਸਿਆਰੀਆਂ ਵਿਆਕਰਨਕ ਨਿਯਮਨ ਅਰਥਾਂ ਵਿੱਚ ਕੰਮ ਆਉਂਦੇ ਨੇ। ਤੋ ਇਸ ਲਈ ਇਸ ਨੂੰ ਸਹੀ ਉਚਾਰਨ ਦਰਗਾਹ ਹੀ ਹੈ। ਗੁਰਮੁਖ ਦਰਗਾਹ ਪਾਵੈ ਮਾਨ, ਗੁਰਮੁਖ ਬੰਦਾ ਹੀ ਦਰਗਾਹ ਵਿੱਚ ਵੀ, ਰੱਬ ਦੀ ਬਾਰਗਾਹ ਵਿੱਚ ਵੀ ਜਾ ਕੇ ਮਾਨ ਇੱਜ਼ਤ ਸਤਿਕਾਰ ਪ੍ਰਾਪਤ ਕਰਦਾ ਹੈ, ਕਿਸੇ ਸਦਾ ਦਾ ਭਾਗੀ ਨਹੀਂ ਬਣਦਾ। ਗੁਰਮੁਖ ਖੋਟੇ ਖਰੇ ਪਛਾਣ, ਅਤੇ ਗੁਰਮੁਖ ਨੂੰ ਖੋਟੇ ਅਤੇ ਖਰੇ ਕਰਮਾਂ ਦੀ ਪਹਿਚਾਣ ਹੋ ਜਾਂਦੀ ਹੈ। ਮਾੜੇ ਕਰਮ ਕਿਹੜੇ ਨੇ ਜਿਨ੍ਹਾਂ ਕਰਕੇ ਰੱਬ ਤੋਂ ਦੂਰੀ ਹੁੰਦੀ ਹੈ, ਔਰ ਖਰੇ ਕਰਮ ਭਲੇ ਕਰਮ ਕਿਹੜੇ ਨੇ ਜਿਨ੍ਹਾਂ ਕਰਕੇ ਪ੍ਰਭੂ ਨਾਲ ਜਾਣ ਪਛਾਣ ਬਣਦੀ ਹੈ। ਇਸ ਲਈ ਉਸ ਨੂੰ ਖੋਟੇ ਖਰੇ ਕਰਮਾਂ ਦੀ ਪਛਾਣ ਹੋ ਜਾਂਦੀ ਹੈ ਅਤੇ ਉਹ ਖਰੇ ਕਰਮ ਕਰਦਾ ਫਿਰ ਗੁਰਮੁਖ। ਗੁਰਮੁਖ ਲਾਗੈ ਸਹਿਜ ਧਿਆਨ, ਇਸ ਲਈ ਗੁਰਮੁਖ ਬੰਦੇ ਦਾ ਫਿਰ ਸਹਿਜੇ ਹੀ ਪ੍ਰਭੂ ਵਿੱਚ ਧਿਆਨ ਜੁੜ ਜਾਂਦਾ ਹੈ। ਮਨ ਅਡੋਲ ਹੋ ਕੇ ਪ੍ਰਭੂ ਵਿੱਚ ਚਿੱਤ ਜੁੜਦਾ ਹੈ। ਅਕਸਰ ਸੰਗਤਾਂ ਸ਼ਿਕਾਇਤ ਕਰਦੀਆਂ ਨੇ ਜੇ ਪਾਠ ਕਰਦੀਆਂ ਸੁਰਤੀ ਖਿੜ ਜਾਂਦੀ ਹੈ, ਮਨ ਲੱਗਦਾ ਨਹੀਂ। ਇਹ ਜਿਉਂ-ਜਿਉਂ ਪ੍ਰਭੂ ਨਾਲ ਪਿਆਰ ਬਣੇਗਾ, ਬਾਣੀ ਦੇ ਵਿੱਚ ਅਰਥਾਂ ਵਿੱਚ ਸਾਡੀ ਸੁਰਤੀ, ਅਸੀਂ ਬਾਣੀ ਧਿਆਨ ਨਾਲ ਪੜ੍ਹੀਏ, ਫਿਰ ਅਰਥ ਵਿਚਾਰ ਵੀ ਪੜ੍ਹੀਏ, ਬਾਣੀ ਕਹਿ ਕੀ ਰਹੀ ਹੈ, ਫਿਰ ਸੁਰਤੀ ਜੁੜੇਗੀ ਨਾ। ਜੇ ਗੁਰਬਾਣੀ ਦੇ ਅਰਥ ਨਹੀਂ ਆਉਂਦੇ, ਕੇਵਲ ਰੱਟਾ ਲਗਾ ਕੇ ਪਾਠ ਕਰ ਜਾਂਦੇ, ਵਿੱਚ ਪਾਠ ਦੇ ਇੰਨੇ ਫਲ ਮਿਲ ਜਾਣਗੇ, ਉਹ ਫਲ ਮਿਲ ਜਾਣੇ, ਇਹੋ ਜਿਹੇ ਕਰਮਕਾਂਡੀ ਗੱਲਾਂ ਕਰਦੇ ਹਾਂ, ਫਿਰ ਸੁਰਤੀ ਕਿਵੇਂ ਜੁੜਨੀ ਹੈ? ਸੁਰਤੀ ਜੁੜਦੀ ਹੈ ਅਰਥਾਂ ਵਿੱਚ। ਅਰਥ ਵਿਚਾਰ ਤਾਂ ਪੜ੍ਹੇ ਹੋਣਗੇ, ਸੁਣੇ ਹੋਣਗੇ ਤਾਂ ਸਮਝ ਆਉਂਦੀ ਹੈ। ਤੋ ਲਿਹਾਜ਼ਾ ਫਿਰ ਸਹਿਜ ਧਿਆਨ ਲੱਗਦਾ, ਫਿਰ ਮਨ ਟਿਕਦਾ, ਟਿਕਾਊ ਵਿੱਚ ਆਉਂਦਾ। ਅਤੇ ਜਦੋਂ ਗੁਰਬਾਣੀ ਦੇ ਅਰਥ ਵਿਚਾਰ ਨਹੀਂ ਆਉਂਦੇ, ਮੈਂ ਪੜ੍ਹ ਕੀ ਰਿਹਾ, ਇਹਦਾ ਮਤਲਬ ਕੀ ਹੈ, ਇਹਦੇ 'ਚ ਆਨੰਦ ਕੀ ਹੈ, ਅਤੇ ਮਨ ਕਿਵੇਂ ਟਿਕਣਾ? ਮਨ ਤਾਂ ਉਧਰ ਹੀ ਟਿਕਣਾ ਜਿਹੜੇ ਆਨੰਦੇ ਭੋਗਦਾ ਦਿਨ ਰਾਤ। ਗੁਰਮੁਖ ਦਰਗਾਹ ਸਿਫਤ ਸਮਾਏ, ਗੁਰਮੁਖ ਦਰਗਾਹ ਦੇ ਵਿੱਚ ਉਸ ਪਰਮਾਤਮਾ ਦੀ ਸਿਫਤ ਕਰਕੇ ਮਾਣ ਪ੍ਰਾਪਤ ਕਰਦਾ। ਜਿਸ ਤਰ੍ਹਾਂ ਉੱਪਰ ਆਇਆ ਸੀ ਗੁਰਮੁਖ ਦਰਗਾਹ ਪਾਵੈ ਮਾਣ, ਇਹ ਤਾਂ ਮਾਣ ਪ੍ਰਾਪਤ ਹੁੰਦਾ ਹੈ ਕਿ ਸਿਫਤ ਸਮਾਏ, ਰੱਬ ਦੀਆਂ ਸਿਫਤਾਂ ਕਰਕੇ ਉਸ ਦਰਗਾਹ ਵਿੱਚ ਜਾ ਕੇ ਰੱਬ ਨਾਲ ਸਮਾਈ ਪ੍ਰਾਪਤ ਕਰਦਾ, ਇੱਜ਼ਤ ਮਾਣ ਪ੍ਰਾਪਤ ਕਰਦਾ। ਨਾਨਕ ਗੁਰਮੁਖ ਬੰਧਨ ਨਾ ਪਾਏ, ਨਾਨਕ ਗੁਰਮੁਖ ਬੰਦੇ ਨੂੰ ਕਿਸੇ ਕਿਸਮ ਦੇ ਕੋਈ ਬੰਧਨ ਨਹੀਂ ਪੈਂਦੇ। ਕੋਈ ਵਿਕਾਰਾਂ ਦੀਆਂ ਚੋਟਾਂ ਉਹਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਕੋਈ ਦੁਨਿਆਵੀ ਦੂਜਾ ਭਾਵ
ਉਹਦੇ ਰਾਹ ਵਿੱਚ ਰੁਕਾਵਟ ਬਣ ਕੇ ਉਹਦੇ ਲਈ ਬੰਧਨ ਨਹੀਂ ਬਣਦਾ। ਇਹਨਾਂ ਤੋਂ ਮੁਕਤ ਹੋ ਕੇ ਪ੍ਰਭੂ ਨਾਮ ਵਿੱਚ ਸੁਰਤੀ ਜੋੜਦਾ ਹੈ। ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਬੰਦਾ ਉਸ ਮਾਇਆ ਰਹਿਤ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰ ਲੈਂਦਾ ਹੈ, ਭਾਵ ਉਸ ਹਸਤੀ ਨੂੰ ਪਛਾਣ ਲੈਂਦਾ ਹੈ। ਨਿਰੰਜਨ ਜਨੀ ਅੰਜਨ ਤੂੰ ਰਹਿਤ ਮਾਇਆ ਤੂੰ ਰਹਿਤ, ਗੁਰਮੁਖ ਹੂਮੇ ਸ਼ਬਦ ਜਲਾਏ। ਕਿਉਂਕਿ ਗੁਰਮੁਖ ਬੰਦਾ ਆਪਣੇ ਅੰਦਰੋਂ ਗੁਰੂ ਦੇ ਸ਼ਬਦ ਦੇ ਰਾਹੀਂ, ਸ਼ਬਦ ਦੇ ਲੜ ਲੱਗ ਕੇ ਹੂਮੇ ਜਲਾਏ, ਹੂਮੇ ਨੂੰ ਜਲਾ ਲੈਂਦਾ ਹੈ। ਆਪਣੇ ਅੰਦਰ ਹੂਮੇ ਨਹੀਂ ਰਹਿਣ ਦਿੰਦਾ, ਉਹ ਵੱਖਰੀ ਹਸਤੀ ਆਪਣੀ ਮਾਰ ਮੁਕਾਉਂਦਾ ਤੇ ਰੱਬ ਵਿੱਚ ਹੀ ਆਪਣੇ ਆਪ ਨੂੰ ਸਮਝਦਾ। ਗੁਰਮੁਖ ਸਾਚੇ ਕੇ ਗੁਣ ਗਾਏ, ਕਿਉਂਕਿ ਗੁਰਮੁਖ ਉਸ ਸਦਾ ਕਾਇਮ ਰਹਿਣ ਵਾਲੇ, ਸਦਾ ਰਹਿਣ ਵਾਲੇ ਸੱਚੇ ਪਰਮਾਤਮਾ ਦੇ ਗੁਣ ਗਾਉਂਦਾ ਹੈ। ਕਿਸੇ ਹੋਰ ਦੀ ਸਿਫਤਾਂ ਨਹੀਂ ਕਰਦਾ ਫਿਰਦਾ, ਦੁਨੀਆ ਦੀ ਮੁਹਤਾਜੀ ਕਰਦਾ ਨਹੀਂ ਫਿਰਦਾ, ਜਣੇ ਖਾਣੇ ਸੰਤਾਂ ਮਹੰਤਾਂ ਡੇਰਿਆਂ ਦੇ ਮੱਥੇ ਨਹੀਂ ਟੇਕਦਾ ਫਿਰਦਾ। ਇੱਕ ਸੱਚੇ ਦੇ ਗੁਣ ਗਾਉਂਦਾ, ਇੱਕ ਰੱਬ ਦੇ ਜਿਹੜਾ ਉਹਦੇ ਅੰਦਰ ਬੈਠਾ ਹੋਇਆ ਹੈ। ਗੁਰਮੁਖ ਸਾਚਾ ਰਹਿ ਸਮਾਏ, ਫਿਰ ਇਸ ਤਰ੍ਹਾਂ ਗੁਰਮੁਖ ਜਿਹੜਾ ਉਹ ਸੱਚੇ ਪਰਮਾਤਮਾ ਜੀ ਦੀ ਸੁਰਤੀ ਸਮਾ ਜਾਂਦੀ ਹੈ, ਸੱਚੇ ਪਰਮਾਤਮਾ ਵੀ ਟਿੱਕੀ ਰਹਿੰਦੀ ਹੈ ਉਹਦੀ ਸੁਰਤੀ। ਗੁਰਮੁਖ ਸਾਚ ਨਾਮ ਪਤੀ ਉਤਮ ਹੋਏ, ਗੁਰਮੁਖ ਜਦੋਂ ਸੱਚ ਨਾਮ ਨਾਲ ਜੁੜਦਾ ਹੈ ਤੇ ਫਿਰ ਉਹਦੀ ਮਤ ਉੱਤੂ ਹੋ ਜਾਂਦੀ ਹੈ, ਪਤ ਉੱਤੀ ਹੋ ਜਾਂਦੀ, ਚੰਗੀ ਮਤ ਹੋਣ ਦੇ ਕਾਰਨ ਉਹ ਇੱਜ਼ਤ ਵਾਲੇ ਕੰਮ ਕਰਦਾ, ਪਤ ਉਤਮ ਹੋਏ, ਇੱਜ਼ਤ ਪਤ ਉੱਤਮ ਹੋ ਜਾਂਦੀ ਹੈ, ਨਿਰਮਲ ਪਵਿੱਤਰ ਹੋ ਜਾਂਦੀ ਹੈ। ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ, ਗੁਰਮੁਖ ਨੂੰ ਸਾਰਿਆਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਨਾਨਕ ਸਗਲ ਭਵਨ ਕੀ ਸੋਝੀ ਹੋਏ, ਗੁਰਮੁਖ ਸਾਚ ਨਾਮ ਪਤ ਉਤਮ ਹੋਏ, ਉਹਦੀ ਮਤ ਪਤ ਉਤਮ ਹੋ ਜਾਂਦੀ ਹੈ ਤੇ ਉਹ ਸਾਰਿਆਂ ਭਵਨਾਂ ਦੀ ਉਹਨੂੰ ਕਿ ਹਰ ਭਵਨ ਵਿੱਚ ਧਰਤ ਆਕਾਸ਼ ਪਾਤਾਲ ਖੰਡਾਂ ਬ੍ਰਹਮੰਡਾਂ ਵਿੱਚ ਗਰਿਆਂ ਹਰ ਥਾਂ 'ਤੇ ਉਹ ਪਰਮਾਤਮਾ ਇੱਕ ਹੀ ਸਰਵ ਵਿਆਪਕ ਜੋਤ, ਉਸੇ ਨੇ ਸਭ ਨੂੰ ਧਾਰਨ ਕੀਤਾ ਹੋਇਆ, ਇਹ ਸਮਝ ਆ ਜਾਂਦੀ ਹੈ। ਅੱਗੇ ਫਿਰ ਮੁੜ ਕੇ ਜੋਗੀਆਂ ਦੇ ਸਵਾਲ ਸ਼ੁਰੂ ਹੁੰਦੇ ਨੇ ਤੇ ਹੁਣ ਮੁੜ ਕੇ ਸਵਾਲ ਜਵਾਬ ਕਾਫੀ ਪੌੜੀਆਂ ਵਿੱਚ ਗੁਰੂ ਸਾਹਿਬ ਕੇਵਲ ਆਪਣਾ ਮੱਥ ਹੀ ਪ੍ਰਗਟ ਕਰ ਰਹੇ ਸਨ ਜੋਗੀਆਂ ਦੇ ਸਾਹਮਣੇ। ਹੁਣ ਜੋਗੀ ਮੁੜ ਸਵਾਲ ਕਰਦਾ ਹੈ, ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। हे ਨਾਨਕ, ਕਵਨ ਮੂਲ, ਇਸ ਜੀਵਨ ਦਾ ਮੂਲ ਕੀ ਹੈ, ਜੀਵਨ ਦਾ ਮੂਲ ਕੀ ਹੈ। ਕਵਨ ਮਤ ਵੇਲਾ, ਕਿਹੜੀ ਮਤ ਲੈਣ ਦਾ ਵੇਲਾ ਜਿਹੜੀ ਸਾਨੂੰ ਜ਼ਿੰਦਗੀ ਮਿਲੀ ਹੈ ਇਨਸਾਨੀ, ਇਹ ਕਦ ਲਈ ਮਿਲੀ ਹੈ, ਇਹ ਵੇਲਾ ਕਿਸ ਅਰਥ ਲਾਉਣਾ ਹੈ, ਕੀ ਕਰਮ ਕਰਨਾ ਹੈ। ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਤੇਰਾ ਗੁਰੂ ਕੌਣ ਹੈ, ਤੂੰ ਕਿਸ ਦਾ ਚੇਲਾ ਹੈ। ਕਵਨ ਕਥਾ ਲੈ ਰਹੋ ਨਿਰਾਲੇ, ਕਿਹੜੀ ਕਿਥੋਂ ਵਾਰਤਾ, ਕਿਸ ਦੇ ਬੰਦਗੀ ਭਗਤੀ ਤੂੰ ਕਰਦਾ ਹੈ, ਕਿਸ ਕਥਾ ਵੀ ਤੂੰ ਜੁੜਦਾ ਹੈ ਤੇ ਤੂੰ ਇਸ ਸੰਸਾਰ ਦੀ ਮੋਹ ਮਾਇਆ ਤੋਂ ਨਿਰਾਲਾ ਹੋ ਗਿਆ, ਨਿਰਲੇਪ ਹੋ ਗਿਆ। ਬੋਲਾ ਨਾਨਕ ਸੁਨੋ ਤੁਮ ਬਾਲੇ, ਨਾਨਕ ਇਹ ਬੋਲਦਾ ਹੈ ਕਿ ਜੋਗੀ ਅਦਾਏ ਬਾਲੇ, ਇਹ ਬਾਲ ਅਵਸਥਾ ਵਾਲੇ ਛੋਟੀ ਉਮਰ ਦੇ ਗੁਰੂ ਨਾਨਕ, ਸੁਨੋ ਤੁਮ ਬਾਲੇ, ਇਹ ਵਾਲੇ ਤੂੰ ਸੁਣ। ਇਸ ਕਥਾ ਕਾ ਦੇ ਵਿਚਾਰ ਬਵਜਲ ਸ਼ਬਦ ਲੰਘਾਵਨ ਹਾਰ, ਜਿਹੜਾ ਤੂੰ ਬਾਰ-ਬਾਰ ਸ਼ਬਦ ਦੀ ਗੱਲ ਕਰਦਾ ਆਇਆ ਹੈ ਤੇ ਇਸ ਗੱਲ ਦੀ ਵਿਚਾਰ ਦੇ, ਇਹ ਕਥਾ ਨੂੰ ਖੋਲ੍ਹ ਕੇ ਸਮਝਾ ਕਿ ਸ਼ਬਦ ਕਿਵੇਂ ਭਵਜਲ ਸ਼ਬਦ ਲੰਘਾਵਨ ਹਾਰ, ਇਸ ਭਵਜਲ ਸੰਸਾਰ ਤੋਂ ਸ਼ਬਦ ਕਿਵੇਂ ਪਾਰ ਲੰਘਾ ਦਿੰਦਾ ਹੈ ਤੇ ਮੋਹ ਮਾਇਆ ਵਿੱਚ ਦੂਜੇ ਭਾਗ ਵਿੱਚ ਹਉਮੈ ਦੇ ਜਾਲ ਵਿੱਚੋਂ ਕੱਢ ਕੇ ਇਹਨਾਂ ਗੋਤਿਆਂ ਤੋਂ ਬਚਾ ਦਿੰਦਾ ਹੈ। ਇਹ ਸ਼ਬਦ ਕਿਵੇਂ ਸਮਰੱਥ ਹੈ ਕਿ ਕਿਸ ਤਰ੍ਹਾਂ ਉਤਾਰਦਾ, ਇਸ ਗੱਲ ਦੀ ਵਿਚਾਰ ਇਹ ਨਾਨਕ ਮੈਨੂੰ ਦੇ। ਇਹਦਾ ਉੱਤਰ ਫਿਰ ਗੁਰੂ ਨਾਨਕ ਸਾਹਿਬ ਦਿੰਦੇ ਨੇ, ਪਵਨ ਆਰੰਭ ਸਤਿਗੁਰੂ ਮਤ ਵੇਲਾ, ਜੀਵਨ ਦੀ ਆਰੰਭਤਾ ਪਵਨ ਤੋਂ ਹੈ, ਸਾਚੇ ਤੇ ਪਵਨਾ ਪਿਆ। ਪਹਿਲੇ ਨਿਰੋਲ ਪਰਮਾਤਮਾ ਆਪ ਸੀ, ਨਿਰੰਕਾਰ ਰੂਪ, ਨਿਰਗੁਣ ਰੂਪ, ਨਿਰਗੁਣ ਤੇ ਸਰਗੁਣ ਥੀਆ, ਜਦੋਂ ਸਰਗੁਣ ਥੀਆ ਤੇ ਪਵਨ ਤੋਂ ਹੋਇਆ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਦੇ ਤ੍ਰਿਭੁਵਨ ਸਾਜਿਆ, ਘਟ ਘਟ ਜੋਤ ਸਮੋਏ। ਤੂੰ ਪਵਨ ਆਰੰਭ, ਜੀਵਨ ਦਾ ਆਰੰਭ ਸਵਾਸਾਂ ਤੋਂ ਹੈ, ਪਵਨ ਤੋਂ ਹੈ। ਸਤਿਗੁਰ ਮਤ ਵੇਲਾ, ਤੁਸੀਂ ਸਵਾਲ ਪੁੱਛਿਆ ਕਿ ਜੀਵਨ ਜਿਹੜਾ ਮਿਲਿਆ ਕਿਹੜੀ ਮਤ ਗ੍ਰਹਿਣ ਕਰਨ ਲਈ ਮਿਲਿਆ ਹੈ, ਕਿਹੜਾ ਮਾਰਗ ਗ੍ਰਹਿਣ ਕਰਨ ਲਈ ਮਿਲਿਆ ਹੈ, ਤੇ ਉਹ ਹੈ ਸਤਿਗੁਰ ਮਤ ਵੇਲਾ, ਸਤਿਗੁਰੂ ਦੀ ਮਤ ਲੈਣ ਦਾ ਵੇਲਾ। ਇੱਥੇ ਮਨ ਮਤ ਕਰਨ ਦਾ ਵੇਲਾ ਨਹੀਂ ਹੈ, ਗੁਰੂ ਦੀ ਮਤ ਲੈ ਕੇ ਗੁਰਮੁਖ ਬਣੀਏ, ਗੁਰਮਤਿ ਤੇ ਤੁਰੀਏ, ਸਤਿਗੁਰ ਮਤ ਵੇਲਾ, ਸਤਿਗੁਰੂ ਦੀ ਮਤ ਲੈਣ ਦਾ ਵੇਲਾ। ਤੇ ਤੁਸੀਂ ਮੇਰਾ ਗੁਰੂ ਪੁੱਛਦੇ ਹੋ ਤੇ ਸ਼ਬਦ ਗੁਰੂ, ਮੈਂ ਉਸ ਰੱਬੀ ਸ਼ਬਦ ਹੀ ਮੇਰਾ ਗੁਰੂ ਹੈ। ਸੁਰਤ ਧੁਨ ਚੇਲਾ, ਮੇਰੀ ਸੁਰਤੀ ਉਸ ਸ਼ਬਦ ਦੀ ਧੁਨ ਵਿੱਚ ਜੁੜ ਕੇ ਚੇਲੇ ਦਾ ਕੰਮ ਕਰਦੀ ਹੈ। ਸੁਰਤ ਚੇਲਾ ਬਣਦੀ ਹੈ ਮੇਰੀ ਤੇ ਗੁਰੂ ਦਾ ਸ਼ਬਦ ਬਾਣੀ ਮੈਨੂੰ ਗੁਰੂ ਬਣਦੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਤੇ ਮੈਂ ਸ਼ਬਦ ਦਾ ਚੇਲਾ ਹਾਂ, ਕਿਸੇ ਵਿਅਕਤੀ ਦਾ ਚੇਲਾ ਨਹੀਂ। ਸ਼ਬਦ ਗੁਰੂ, ਸੁਰਤ ਧੁਨ ਚੇਲਾ, ਮੇਰੀ ਸੁਰਤ ਉਸ ਸ਼ਬਦ ਦੀ ਧੁਨ ਵਿੱਚ ਜਾ ਜੁੜਦੀ ਹੈ। ਅਕਥ ਕਥਾ ਲੈ ਰਹੂੰ ਨਿਰਾਲਾ, ਉਹ ਪਰਮਾਤਮਾ ਦੀ ਜਿਸ ਦੀ ਅਕਥ ਕਥਾ ਹੈ, ਜਿਹਨੂੰ ਕਥਨ ਨਹੀਂ ਕੀਤਾ ਜਾ ਸਕਦਾ। ਕਥਨਾ ਕਥੀ ਨਾ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ
कथन कर करके चले गए, पर कोई ऐसा कथन, कोई ऐसा बोल कोई नहीं बोल सकिया जिस शब्द विच उस प्रभु का पूरा स्वरूप आ जाए। नहीं, ऐसा कोई शब्द नहीं मिला। वो अकथ है, कथा तू रहत है, ऐसी अकथ कथा ले रहूं निराला। मैं उस अकथ परमात्मा की कथा करके, उसकी सिफत सलाह भी जुड़ के, ਉਹਦੇ गुणगान करके इस भव सागर तू निराला हो गया, निर्लेप हो गया। मैं मोह माया की जिलन तू बच गया। नानक जुग जुग गुर गोपाला, हे नानक वो परमात्मा जो जुगा जुगा तू सारी सृष्टि का गुर है और पृथ्वी ਨੂੰ पालनहार है, गोपाला पृथ्वी का पालनहार है। मैं उसे दे विच जुड़िया हाँ, उसकी कथा भी जुड़िया हाँ, इसलिए मैं निर्लेप हाँ। एक शब्द जित कथा विचारी, गुरमुख में अगन निवारी। एक शब्द, इको परमात्मा का शब्द ही है, जित कथा विचारी, जिदी कथा वार्ता में विचारदा हाँ कि वह परमात्मा का एक शब्द ही है, एक नाम ही है, जड़ा हर हिरदे विच गुप्ता नाम वरतै विच कलयुग घट घट हर भरपूर रहा। इत्थे नाम गुरु जी किसी अखर नूं नहीं कह रहे, या शब्द किसी अखर नूं नहीं कह रहे। इत्थे कई जगह ते शब्द और नाम का अर्थ हुंदा है परमात्मा की आत्मक रोह, वो आत्मक शक्ति जिहड़े सारे शरीरां विच शरीरां नूं धारण करके बैठी है, जिसने तरत आकाश चुके हुए ने, वो रब्बी शक्ति, रब्बी होंद, उसनूं ही शब्द, उसनूं ही नाम किया गया है। तो एक शब्द जित कथा विचारी, में उस परमात्मा की, उस अकाल पुरख की सर्वव्यापक जोत की कथा वार्ता विचारदा हाँ। इसलिए गुरमुख होमे अगन निवारी, तो गुरमुख होके होमे की अग अपने अंदरों निवार ली है, अग दूर कर ली है। मेरे अंदर मैं मेरी नहीं रही, मैं तू ही दा रटन, तू ही दा नाम जपदा हाँ। वाहिगुरू जी का खालसा, वाहिगुरू जी की फतेह।